ਜਦੋਂ ਵੋਟਾਂ ਦਾ ਸਮਾਂ ਆਉਂਦਾ ਤਾਂ ਵਾਅਦਾ ਕਰ ਦਿੱਤਾ ਜਾਂਦਾ ਕਿ ਅਸੀਂ ਤੁਹਾਨੂੰ ਰੈਗੂਲਰ ਕਰਾਂਗੇ, ਤੁਹਾਡੇ ਆਹ ਪਾਲਿਸੀ ਬਣਾਵਾਂਗੇ, ਤੁਹਾਡਾ ਆਹ ਕੁਛ ਕਰਾਂਗੇ, ਪਰ ਉਹ ਸਮਾਂ ਉਦੋਂ ਆ ਜਾਂਦਾ ਜਦੋਂ ਚੋਣ ਜਾਬਤਾ ਲੱਗਣ ਦਾ ਟਾਈਮ ਨੇੜੇ ਹੁੰਦਾ। ਸਰਕਾਰ ਹਾਏ 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 ਸਿੱਖਿਆ ਪ੍ਰੋਵਾਈਡਰਾਂ ਨੂੰ ਰੈਗੂਲਰ ਕਰੋ, ਰੈਗੂਲਰ ਕਰੋ, ਰੈਗੂਲਰ ਕਰੋ। ਪਰ ਅੱਜ ਦੇਖੋ ਆਹ ਹਾਲਾਤ ਨੇ ਕਿ 5 ਮਹੀਨੇ ਹੋ ਚੁੱਕੇ ਨੇ, ਸਵਾਏ ਲਾਰਿਆਂ ਦੇ ਸਾਨੂੰ ਕੁਝ ਵੀ ਨਹੀਂ ਮਿਲਿਆ। ਜਦੋਂ ਭਗਵੰਤ ਮਾਨ ਜੀ ਦੀ ਸਰਕਾਰ ਆਉਣੀ ਸੀ ਤਾਂ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਆਉਂਦਿਆਂ ਨਾਲ ਅਸੀਂ ਜੇ ਰੈਗੂਲਰ ਕਰਨ 'ਤੇ ਟਾਈਮ ਲੱਗੇਗਾ ਤਾਂ ਉਦੋਂ ਤੱਕ ਅਸੀਂ ਤੁਹਾਨੂੰ ਦਿੱਲੀ ਦੀ ਤਰਜ਼ 'ਤੇ 36000 ਰੁਪਇਆ ਤਨਖਾਹ ਦੇਵਾਂਗੇ। ਤਾਂ ਅਸੀਂ ਇਹਨਾਂ ਨਾਲ ਹੁਣ ਤੱਕ ਇਹੀ ਮੰਗ ਰੱਖੀ ਹੈ ਕਿ ਸਾਡੀ ਜਿਹੜੀ ਆ ਘਰਾਂ ਦੇ ਗੁਜ਼ਾਰੇ ਸਾਡੇ ਬਹੁਤ ਮੁਸ਼ਕਲ ਚੱਲਦੇ ਆ, ਕਿਉਂਕਿ ਅਸੀਂ ਬਹੁਤ ਘੱਟ ਤਨਖਾਹਾਂ 'ਤੇ ਕੰਮ ਕਰ ਰਹੇ ਹਾਂ। ਤਾਂ ਸਾਡੀ ਜਿਹੜੀ ਸਭ ਤੋਂ ਪਹਿਲੀ ਮੰਗ ਆ, ਹੁਣ ਵੀ ਇਹੀ ਆ, ਪਹਿਲਾਂ ਵੀ ਇਹੀ ਸੀ ਕਿ ਸਾਡੀ ਜਿਹੜੀ ਤਨਖਾਹ ਹੈ ਉਹ 36000 ਸਾਨੂੰ ਦਿੱਤੀ ਜਾਵੇ। वादे पूरे करो, पूरे करो, पूरे करो। शिक्षा प्रोवाइडर ਦੇ यूनियन जिंदाबाद, जिंदाबाद, जिंदाबाद। ਪਰ ਅਸੀਂ ਇਹਨਾਂ ਨੂੰ ਇਹੀ ਚੀਜ਼ ਲੈ ਕੇ ਆਏ ਸੀ ਕਿ ਸਾਨੂੰ ਆਉਂਦਿਆਂ ਨੂੰ ਕੋਈ ਏਡੀ ਲਿਫੇਬਿਲਟੀ ਦੇਣਗੇ, ਕੋਈ ਸਾਡੇ ਲਈ ਇੱਕ ਆਕਸੀਜਨ ਦਾ ਕੰਮ ਕਰੂਗੀ ਜਿਹਦੇ ਨਾਲ ਸਾਡੀ ਜਿਹੜੀ ਤਨਖਾਹ ਦੇ ਵਿੱਚ ਵਾਧਾ ਹੋਊਗਾ ਤੇ ਅਸੀਂ ਕੁਛ ਨਾ ਕੁਛ ਗੁਰਬਤ ਤੋਂ ਬਾਹਰ ਆਵਾਂਗੇ। ਮੁੱਖ ਮੰਤਰੀ ਭਗਵੰਤ ਮਾਨ ਜੀ ਜਿੱਥੇ ਝੰਡਾ ਲਹਿਰਾਉਣਗੇ ਉੱਥੇ ਅਸੀਂ ਸਮੂਹਿਕ ਤੌਰ ਤੇ ਸਾਰੇ ਅਧਿਆਪਕ ਆਪਦੇ ਅਸਤੀਫੇ ਦੇਵਾਂਗੇ। ਸਰਕਾਰ ਹਾਏ 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 ਸਿੱਖਿਆ ਪ੍ਰੋਵਾਈਡਰਾਂ ਨੂੰ ਰੈਗੂਲਰ ਕਰੋ, ਰੈਗੂਲਰ ਕਰੋ, ਰੈਗੂਲਰ ਕਰੋ। ਸਿੱਖਿਆ ਪ੍ਰੋਵਾਈਡਰ ਯੂਨੀਅਨ ਪੰਜਾਬ ਨੇ ਕੱਚੇ ਅਧਿਆਪਕਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ। 15 ਅਗਸਤ ਨੂੰ 5500 ਦੇ ਕਰੀਬ ਅਧਿਆਪਕ ਸੀਐਮ ਭਗਵੰਤ ਮਾਨ ਨੂੰ ਸੌਂਪਣਗੇ ਆਪਣੇ ਅਸਤੀਫੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ 15 ਅਗਸਤ ਨੂੰ ਦੇਸ਼ ਦਾ ਲਹਿਰਾਉਣਗੇ ਝੰਡਾ, ਉੱਥੇ ਅਧਿਆਪਕ ਉਹਨਾਂ ਨੂੰ ਸੌਂਪਣਗੇ ਆਪਣੇ ਅਸਤੀਫੇ। ਸਿੱਖਿਆ ਪ੍ਰੋਵਾਈਡਰ ਯੂਨੀਅਨ ਪੰਜਾਬ ਨੇ ਕੱਚੇ ਅਧਿਆਪਕਾਂ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਹੈ। ਦੱਸਦੇ ਕਿ 15 ਅਗਸਤ ਨੂੰ ਲੁਧਿਆਣਾ 'ਚ 1500 ਅਧਿਆਪਕ ਆਪਣੇ ਅਸਤੀਫੇ ਸੀਐਮ ਭਗਵੰਤ ਮਾਨ ਨੂੰ ਸੌਂਪਣਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ 15 ਅਗਸਤ ਨੂੰ ਦੇਸ਼ ਦਾ ਝੰਡਾ ਲਹਿਰਾਉਣਗੇ, ਉੱਥੇ 5500 ਦੇ ਕਰੀਬ ਅਧਿਆਪਕ ਉਹਨਾਂ ਨੂੰ ਆਪਣੇ ਅਸਤੀਫੇ ਸੌਂਪਣਗੇ। ਯੂਨੀਅਨ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਸਕੂਲਾਂ ਵਿੱਚ ਘੱਟ ਤਨਖਾਹ ਤੇ ਪੜ੍ਹਾ ਰਹੇ ਹਾਂ ਅਤੇ ਸਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਉਮੀਦ ਸੀ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸਾਡੇ ਨਾਲ ਗੱਲ ਨਹੀਂ ਕਰ ਰਹੀ ਅਤੇ ਯੂਨੀਅਨ ਦਾ ਕਹਿਣਾ ਹੈ ਕਿ ਇੰਨੀ ਘੱਟ ਤਨਖਾਹ ਤੇ ਅਸੀਂ ਨੌਕਰੀ ਨਹੀਂ ਕਰ ਸਕਦੇ, ਕਿਉਂਕਿ ਘੱਟ ਤਨਖਾਹ ਦੇ ਨਾਲ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਦੇ ਨਾਲ ਹੀ ਚੱਲਦਾ ਹੈ ਅਤੇ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਕੱਚੇ ਅਧਿਆਪਕਾਂ ਦੀਆਂ ਤਨਖਾਹਾਂ ਨਹੀਂ ਵਧਾ ਸਕਦੀ ਤਾਂ 15 ਅਗਸਤ ਨੂੰ ਸੀਐਮ ਭਗਵੰਤ ਮਾਨ ਨੂੰ ਆਪਣੇ ਅਸਤੀਫੇ ਸੌਂਪਾਂਗੇ। ਸੋ ਅੱਗੇ ਗੱਲਬਾਤ ਕਰਦੇ ਹਾਂ ਸਿੱਖਿਆ ਪ੍ਰੋਵਾਈਡਰ ਯੂਨੀਅਨ ਪੰਜਾਬ ਦੇ ਕੱਚੇ ਅਧਿਆਪਕਾਂ ਨੇ ਕੀ ਕੁਝ ਕਿਹਾ, ਆਓ ਸੁਣਦੇ ਹਾਂ। ਐਜੂਕੇਸ਼ਨ ਡਿਪਾਰਟਮੈਂਟ ਤੋਂ ਆ ਜੀ। ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ, ਅੱਜ ਕਿਸ ਮਕਸਦ ਕਰਕੇ ਇਕੱਠੇ ਹੋਏ ਤੁਸੀਂ? ਸਰ ਅਸੀਂ ਸਿੱਖਿਆ ਪ੍ਰੋਵਾਈਡਰ ਅਧਿਆਪਕ ਹਾਂ ਜੀ। ਲਗਭਗ 15 16 ਸਾਲ ਤੋਂ ਅਸੀਂ ਸਰਕਾਰੀ ਸਕੂਲਾਂ ਦੇ ਵਿੱਚ ਐਜ਼ ਅ ਟੀਚਰ ਪੜ੍ਹਾ ਰਹੇ ਹਾਂ ਤੇ ਪਿਛਲੀਆਂ ਸਰਕਾਰਾਂ ਨੇ ਹੁਣ ਤੱਕ ਸਾਡੇ ਨਾਲ ਬਹੁਤ ਵਾਅਦੇ ਕੀਤੇ ਆ। ਜਦੋਂ ਵੋਟਾਂ ਦਾ ਸਮਾਂ ਆਉਂਦਾ ਤਾਂ ਵਾਅਦਾ ਕਰ ਦਿੱਤਾ ਜਾਂਦਾ ਕਿ ਅਸੀਂ ਤੁਹਾਨੂੰ ਰੈਗੂਲਰ ਕਰਾਂਗੇ, ਤੁਹਾਡੇ ਆਹ ਪਾਲਿਸੀ ਬਣਾਵਾਂਗੇ, ਤੁਹਾਡਾ ਆਹ ਕੁਛ ਕਰਾਂਗੇ, ਪਰ ਉਹ ਸਮਾਂ ਉਦੋਂ ਆ ਜਾਂਦਾ ਜਦੋਂ ਚੋਣ ਜਾਬਤਾ ਲੱਗਣ ਦਾ ਟਾਈਮ ਨੇੜੇ ਹੁੰਦਾ। ਤਾਂ ਉਸ ਚੀਜ਼ ਨੂੰ ਮਤਲਬ ਸਾਨੂੰ ਯੂਜ਼ ਕਰਕੇ ਤੇ ਸਾਡਾ ਕੋਈ ਨਾ ਕੋਈ ਮਤਲਬ ਵਧੀਆ ਹੱਲ ਅਜੇ ਤੱਕ ਕਿਸੇ ਨੇ ਵੀ ਨਹੀਂ ਕੀਤਾ। ਜਦੋਂ ਭਗਵੰਤ ਮਾਨ ਜੀ ਦੀ ਸਰਕਾਰ ਆਉਣੀ ਸੀ ਤਾਂ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਆਉਂਦਿਆਂ ਨਾਲ ਅਸੀਂ ਜੇ ਰੈਗੂਲਰ ਕਰਨ 'ਤੇ ਟਾਈਮ ਲੱਗੇਗਾ ਤਾਂ ਉਦੋਂ ਤੱਕ ਅਸੀਂ ਤੁਹਾਨੂੰ ਦਿੱਲੀ ਦੀ ਤਰਜ਼ 'ਤੇ 36000 ਰੁਪਇਆ ਤਨਖਾਹ ਦੇਵਾਂਗੇ। ਤਾਂ ਅਸੀਂ ਇਹਨਾਂ ਨਾਲ ਹੁਣ ਤੱਕ ਇਹੀ ਮੰਗ ਰੱਖੀ ਹੈ ਕਿ ਸਾਡੀ ਜਿਹੜੀ ਆ ਘਰਾਂ ਦੇ ਗੁਜ਼ਾਰੇ ਸਾਡੇ ਬਹੁਤ ਮੁਸ਼ਕਲ ਚੱਲਦੇ ਆ, ਕਿਉਂਕਿ ਅਸੀਂ ਬਹੁਤ ਘੱਟ ਤਨਖਾਹਾਂ 'ਤੇ ਕੰਮ ਕਰ ਰਹੇ ਹਾਂ। ਤਾਂ ਸਾਡੀ ਜਿਹੜੀ ਸਭ ਤੋਂ ਪਹਿਲੀ ਮੰਗ ਆ, ਹੁਣ ਵੀ ਇਹੀ ਆ, ਪਹਿਲਾਂ ਵੀ ਇਹੀ ਸੀ ਕਿ ਸਾਡੀ ਜਿਹੜੀ ਤਨਖਾਹ ਹੈ ਉਹ 36000 ਸਾਨੂੰ ਦਿੱਤੀ ਜਾਵੇ। ਅਗਲਾ ਤੁਹਾਡਾ ਪ੍ਰੋਗਰਾਮ ਕੀ ਹੋਊਗਾ ਆਉਣ ਵਾਲੇ 1-2 ਦਿਨਾਂ 'ਚ? ਅਗਲਾ ਪ੍ਰੋਗਰਾਮ ਇਹ ਹੈ ਜੀ, ਸਾਡੀ ਅੱਜ ਪ੍ਰੈਸ ਕਾਨਫਰੰਸ ਅਸੀਂ ਸੱਦੀ ਸੀ। ਇਹਦੇ ਵਿੱਚ ਸਾਡੀਆਂ ਜ਼ਿਲ੍ਹਾ ਕਮੇਟੀਆਂ, ਬਲਾਕ ਕਮੇਟੀਆਂ, ਜਿਹੜੇ ਸਾਡੇ ਆਗੂ ਨੇ ਉਹੀ ਇੱਥੇ ਆਗੂ ਸਾਹਿਬਾਨ ਹੀ ਪੁੱਜੇ ਨੇ। ਤਾਂ ਅਸੀਂ 15 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਜੀ ਜਿੱਥੇ ਝੰਡਾ ਲਹਿਰਾਉਣਗੇ ਉੱਥੇ ਅਸੀਂ ਸਮੂਹਿਕ ਤੌਰ ਤੇ ਸਾਰੇ ਅਧਿਆਪਕ ਆਪਦੇ ਅਸਤੀਫੇ ਦੇਵਾਂਗੇ। ਕਿਹੜੇ ਡਿਪਾਰਟਮੈਂਟ ਤੋਂ, ਕਿਹੜੇ ਯੂਨੀਅਨ ਤੋਂ? ਸਰ ਅਸੀਂ ਸਿੱਖਿਆ ਪ੍ਰੋਵਾਈਡਰ ਯੂਨੀਅਨ ਤੋਂ ਹੀ ਹਾਂ ਜੀ। ਸਾਡੇ 5400 ਅਧਿਆਪਕ ਨੇ। ਤਾਂ ਸਾਡੇ ਅਸੀਂ ਸੱਦਾ ਤਾਂ ਸਭ ਨੂੰ ਦਿੱਤਾ ਹੈ। ਵੈਸੇ ਅਸੀਂ ਪੰਜਾਬ ਦੇ ਵਿੱਚ ਕੁੱਲ 13000 ਕੱਚੇ ਅਧਿਆਪਕ ਹਾਂ, ਪਰ ਸਾਡੀ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਤੋਂ ਜਿੰਨੇ ਵੱਧ ਤੋਂ ਵੱਧ ਸਾਥੀ ਪਹੁੰਚਣਗੇ ਉੱਥੇ ਜ਼ਰੂਰ ਪਹੁੰਚਣਗੇ। ਸੁਖਜਿੰਦਰ ਸਿੰਘ। ਕਿਹੜੀ ਯੂਨੀਅਨ ਤੋਂ?
ਅਸੀਂ ਜੀ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਪੰਜਾਬ, ਅਸੀਂ ਸਮੂਹ ਸਿੱਖਿਆ ਪ੍ਰੋਵਾਈਡਰ ਸਾਥੀ ਅੱਜ ਤੁਹਾਡੇ ਪ੍ਰੈਸ ਦੇ ਦੁਆਰਾ ਆਮ ਜਨਤਾ ਅਤੇ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ ਕਿ ਉਹ ਸਰਕਾਰ ਜੋ ਸਾਡੇ ਨਾਲ ਵਾਅਦਾ ਕਰਕੇ ਆਈ ਸੀ ਕਿ ਤੁਹਾਨੂੰ ਆਉਂਦਿਆਂ ਹੀ ਤੁਹਾਡੀ ਜਿਹੜੀ ਗੁਰਬਤ ਦੀ ਜ਼ਿੰਦਗੀ ਆ ਉਹ ਤੋਂ ਬਾਹਰ ਕੱਢਣ ਲਈ ਤੁਹਾਡੀ ਜਿਹੜੀ ਤਨਖਾਹ ਦੇ ਵਿੱਚ ਵਾਧਾ ਕਰਾਂਗੇ ਤੇ ਵਾਧਾ ਕਰਕੇ ਤੁਹਾਨੂੰ ਜਿਹੜੀ ਤਨਖਾਹ ਵਾ 36000 ਰੁਪਇਆ ਘੱਟੋ ਘੱਟ ਜਿਹੜੀ 36000 ਰੁਪਇਆ ਤਨਖਾਹ ਦਿੱਲੀ ਦੀ ਤਰਜ਼ ਤੇ ਕੀਤੀ ਜਾਊਗੀ, ਜਿਵੇਂ ਕਿ ਸਾਡੇ ਉੱਥੇ ਸਿੱਖਿਆ ਪ੍ਰੋਵਾਈਡਰ ਸਾਥੀਆਂ ਨੂੰ ਇਸ ਟਾਈਮ ਮਿਲ ਰਹੀ ਆ। ਪਰ ਅੱਜ ਦੇਖੋ ਆਹ ਹਾਲਾਤ ਨੇ ਕਿ 5 ਮਹੀਨੇ ਹੋ ਚੁੱਕੇ ਨੇ, ਸਿਵਾਏ ਲਾਰਿਆਂ ਦੇ ਸਾਨੂੰ ਕੁਝ ਵੀ ਨਹੀਂ ਮਿਲਿਆ ਤੇ ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਸਾਨੂੰ ਸਰਵਾਈਵ ਕਰਨਾ ਬੜਾ ਔਖਾ। ਇੰਨੀ ਮਹਿੰਗਾਈ, ਜਿੱਥੇ ਕਿ ਸਾਹ ਲੈਣਾ ਸਿਰਫ ਫ੍ਰੀ ਦੇ ਵਿੱਚ ਮਿਲਦਾ, ਬਾਕੀ ਹਰ ਇੱਕ ਚੀਜ਼ ਜਿਹੜੀ ਇੰਨੀ ਮਹਿੰਗਾਈ ਦੇ ਯੁੱਗ ਦੇ ਵਿੱਚ ਇੰਨੀ ਮਹਿੰਗੀ ਮਿਲ ਰਹੀ ਆ ਕਿ ਸਾਨੂੰ ਆਪਣੇ ਘਰਾਂ ਦੇ ਗੁਜ਼ਾਰੇ ਕਰਨੇ ਬਹੁਤ ਹੀ ਜ਼ਿਆਦਾ ਮੁਸ਼ਕਲ ਨੇ। ਸਾਨੂੰ ਕੋਈ ਚਾਅ ਨਹੀਂ ਆਉਂਦਾ ਕਿ ਅਸੀਂ ਰੋਡਾਂ ਤੇ ਆਈਏ, ਸਰਕਾਰਾਂ ਦੇ ਪ੍ਰਤੀ ਉਲਟ ਮੁਜ਼ਾਹਰੇ ਕਰੀਏ, ਸਾਡਾ ਕੋਈ ਚਾਅ ਨਹੀਂ ਆਉਂਦਾ। ਪਰ ਅਸੀਂ ਮਜਬੂਰ ਹੋ ਕੇ ਘਰੋਂ ਬੇਬਸ ਹੋ ਕੇ ਜਿਹੜੇ ਅਸੀਂ ਇੱਥੇ ਰੋਡਾਂ ਦੇ ਉੱਤੇ ਆਉਂਦੇ ਆ ਤੇ ਸਰਕਾਰ ਦੇ ਆਵਾਜ਼ ਬੁਲੰਦ ਕਰਦੇ ਆ ਕਿ ਸਾਨੂੰ ਕੁਝ ਨਾ ਕੁਝ ਰਾਹਤ ਮਿਲੇ। ਅਸੀਂ ਇਹੀ ਸਰਕਾਰ ਤੋਂ ਚਾਹਿਆ ਸੀ ਕਿ ਇਹ ਸਰਕਾਰ ਆਊਗੀ, ਸਾਡੇ ਦੁੱਖ ਰੋਗਾਂ ਦਾ ਕੁਝ ਇਲਾਜ ਕਰੂਗੀ। ਜਿਹੜੀ ਸਾਡੀ ਇਕਨੋਮੀ ਜਿਹੜੀ ਹੈਗੀ ਆ, ਸਾਡੀ ਆਰਥਿਕ ਸਥਿਤੀ ਆ, ਉਹ ਇੱਕ ਲਾਸਟ ਲੈਗ ਤੇ ਪਹੁੰਚ ਚੁੱਕੀ ਆ ਕਿ ਇਸ ਦੀ ਸਾਡੀ ਆਰਥਿਕਤਾ ਦੀ ਇਸ ਇੰਨੀ ਮੰਦਹਾਲੀ ਆ ਕਿ ਕਿਸੇ ਤਰ੍ਹਾਂ ਦੀ ਸਾਡੀ ਆਰਥਿਕ ਤੌਰ ਤੇ ਮੌਤ ਹੋ ਸਕਦੀ ਆ। ਪਰ ਅਸੀਂ ਇਹਨਾਂ ਨੂੰ ਇਹੀ ਚੀਜ਼ ਲੈ ਕੇ ਆਏ ਸੀ ਕਿ ਸਾਨੂੰ ਆਉਂਦਿਆਂ ਨੂੰ ਕੋਈ ਐਡੀ ਰਿਲੀਫੇਬਿਲਟੀ ਦੇਣਗੇ, ਕੋਈ ਸਾਡੇ ਇੱਕ ਆਕਸੀਜਨ ਦਾ ਕੰਮ ਕਰੂਗੀ, ਜਿਹਦੇ ਨਾਲ ਸਾਡੀ ਜਿਹੜੀ ਤਨਖਾਹ ਦੇ ਵਿੱਚ ਵਾਧਾ ਹੋਊਗਾ ਤੇ ਅਸੀਂ ਕੁਛ ਨਾ ਕੁਛ ਗੁਰਬਤ ਤੋਂ ਬਾਹਰ ਆਵਾਂਗੇ ਤੇ ਵਧੀਆ ਜ਼ਿੰਦਗੀ ਜਿਉਣ ਦੇ ਜਿਹੜੇ ਅਸੀਂ ਸੁਪਨੇ ਲਏ ਸੀ ਉਹ ਸਾਨੂੰ ਕਿਤੇ ਨਾ ਕਿਤੇ ਅੱਜ ਚਕਨਾਚੂਰ ਹੁੰਦੇ ਦਿੰਦੇ ਨੇ। ਤੇ ਅਸੀਂ ਸਰਕਾਰ ਕੋਲ ਇਹੀ ਮੰਗ ਕੀਤੀ ਸੀ ਕਿ ਸਾਡੀ ਤਨਖਾਹ ਦੇ ਵਿੱਚ ਜਿਹੜਾ ਮਾਣਯੋਗ ਵਾਧਾ ਕੀਤਾ ਜਾਵੇ ਤੇ ਜ਼ਿਆਦਾ ਨਹੀਂ ਤਾਂ ਜੋ ਤੁਸੀਂ ਵਾਅਦਾ ਕੀਤਾ ਸੀ ਘੱਟੋ ਘੱਟ 36000 ਤਾਂ ਤਨਖਾਹ ਕੀਤੀ ਜਾਵੇ, ਤਾਂ ਕਿ ਸਾਡੇ ਜਿਹੜੇ ਘਰਾਂ ਦੇ ਜਿਹੜੇ ਚੁੱਲ੍ਹੇ ਠੰਡੇ ਹੋਏ ਨੇ ਉਹ ਬਲ ਸਕਣ ਤੇ ਅਸੀਂ ਆਪਣੀ ਜਿਹੜੀ ਰੋਟੀ ਖਾ ਸਕੀਏ। ਪਰ ਸਰਕਾਰ ਸਾਡਾ ਦੇਖੋ ਜੀ ਐਕਸ਼ਨ ਫਿਲਹਾਲ ਦੀ ਘੜੀ ਜਿਹੜਾ ਅਸੀਂ ਸਰਕਾਰ ਦੇ ਖਿਲਾਫ ਬਹੁਤ ਮੁਜ਼ਾਹਰੇ ਕੀਤੇ ਨੇ, ਪਰ ਅਸੀਂ ਹੁਣ ਸਾਰਾ ਕੁਝ ਹੱਡ ਕੰਡੇ ਵਰਤ ਕੇ ਦੇਖੇ ਨੇ। ਜੇ ਹੁਣ ਸਰਕਾਰ ਚਾਹੁੰਦੀ ਵੀ ਨਹੀਂ ਕਿ ਸਾਡੀ ਅਸੀਂ ਗੁਰਬਤ ਦੀ ਜ਼ਿੰਦਗੀ 'ਚ ਬਾਹਰ ਆਈਏ ਤਾਂ ਸਾਨੂੰ ਜੌਬ 'ਚ ਰੱਖ ਰਹੀ ਆ, ਪਰ ਜੌਬ ਦਾ ਜੋ ਮਾਣਯੋਗ ਵਾਧਾ ਤਨਖਾਹ ਹੀ ਨਹੀਂ ਦੇ ਰਹੀ ਤਾਂ ਅਸੀਂ ਕੰਮ ਕਿਹਦੇ ਲਈ ਕਰੀਏ। ਤੇ ਅਸੀਂ ਇਸ ਨਾਲ ਤਾਂ ਫਿਰ ਸਾਡੇ ਨਾਲ ਜਿਹੜੇ ਦਿਹਾੜੀਦਾਰ ਮਜ਼ਦੂਰ ਨੇ, ਸਾਡੇ ਨਾਲ ਜਿਹੜੇ ਰੇਹੜੀਆਂ ਲਾ ਕੇ ਫਲ ਫਰੂਟ ਵੇਚਦੇ ਨੇ, ਉਹ ਵੀ ਚੰਗੀ ਚੋਖੀ ਦਿਹਾੜੀ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਪਾ ਕੇ ਆਪਣਾ ਘਰ ਦਾ ਗੁਜ਼ਾਰਾ ਕਰ ਰਹੇ ਨੇ। ਤੇ ਸਾਡੀ ਜਿਹੜੀ ਅਸੀਂ ਸਵੇਰੇ ਘਰੋਂ ਪ੍ਰੈਸ ਕਰਕੇ ਕੱਪੜੇ ਤਿਆਰ ਹੋ ਕੇ ਜਿਹੜੇ ਮੋਟਰਸਾਈਕਲਾਂ 'ਤੇ ਬੈਠ ਕੇ ਜੇਬਾਂ ਦੇ ਵਿੱਚ ਪੈਨ ਟਾਂਗ ਕੇ ਸਕੂਲ ਦੇ ਵਿੱਚ ਤਾਂ ਜਾਂਦੇ ਆ, ਪਰ ਸਾਡੀ ਜਿਹੜੀਆਂ ਜੇਬਾਂ ਨੇ ਉਹ ਅੰਦਰੋਂ ਖਾਲੀ ਹੁੰਦੀਆਂ ਨੇ। ਤੇ ਜਿਹੜੀ ਸਾਡੀ ਤਨਖਾਹਾਂ ਨੇ ਉਹ ਇੰਨੀਆਂ ਕੁ ਨਗੁਣੀਆਂ ਨੇ ਕਿ ਮਹੀਨੇ ਦੇ 10 ਦਿਨ ਵੀ ਉਹਨਾਂ ਨਾਲ ਗੁਜ਼ਾਰਾ ਨਹੀਂ ਹੁੰਦਾ ਤੇ 10 ਦਿਨਾਂ ਤੋਂ ਪਹਿਲਾਂ ਹੀ ਜਿਹੜਾ ਸਾਡੇ ਕੋਲ ਜਿਹੜੀ ਜੇਬਾਂ ਦੇ ਵਿੱਚ ਖਰਚ ਖਾਲੀ ਹੋ ਜਾਂਦਾ ਤੇ ਆਉਣ ਵਾਲਾ ਮਹੀਨਾ ਅਸੀਂ ਉਧਾਰੀਆਂ ਨਾਲ ਤੇ ਇੱਕ ਦੂਜੇ ਦੇ ਮੂੰਹਾਂ ਕੰਨੀ ਦੇਖਦੇ ਰਹਿੰਦੇ ਆ ਤੇ ਇੱਧਰੋਂ ਉੱਧਰੋਂ ਲੈ ਕੇ ਕੰਮ ਸਾਰਦੇ ਆ। ਜੇ ਸਰਕਾਰ ਦੇ ਇਹੀ ਹਾਲਾਤ ਰਹੇ ਤਾਂ ਮੰਦਹਾਲੀ ਵਿੱਚ ਸਾਨੂੰ ਕੰਮ ਕਰਨੇ ਬਹੁਤ ਔਖੇ ਨੇ। ਇਸ ਲਈ ਫਿਰ ਅਸੀਂ ਮਜਬੂਰ ਹੋ ਕੇ 15 ਅਗਸਤ ਨੂੰ ਜਿੱਥੇ ਭਗਵੰਤ ਮਾਨ ਜੀ ਝੰਡਾ ਚੜਾਉਣਗੇ ਉਸ ਜਗ੍ਹਾ ਤੇ ਅਸੀਂ ਇਕੱਠੇ ਹੋ ਕੇ ਸਮੂਹਿਕ ਰੂਪ ਵਿੱਚ ਆਪਣੇ ਅਸਤੀਫੇ ਸੌਂਪ ਦੇਵਾਂਗੇ ਕਿ ਸਾਡੇ ਤੋਂ ਇੰਨੀ ਘੱਟ ਤਨਖਾਹ ਦੇ ਵਿੱਚ ਗੁਜ਼ਾਰਾ ਨਹੀਂ ਹੁੰਦਾ, ਸਾਡੇ ਤੋਂ ਕੰਮ ਨਹੀਂ ਹੁੰਦੇ ਤੇ ਸਾਡੇ ਅਸਤੀਫੇ ਮਨਜ਼ੂਰ ਕਰ ਲਏ ਜਾਣ। ਏਵਨ ਮੀਡੀਆ ਲਈ ਸੰਗਰੂਰ ਤੋਂ ਜਗਤਾਰ ਬਾਵਾ ਦੀ ਖਾਸ ਰਿਪੋਰਟ।